ਕਾਂਡ 17ਵਾਂ। ਕਈ ਦਿਨ ਇੱਕ ਸੁਖਾਵਾਂ ਜਿਹਾ ਭਰਮ ਰਹਿੰਦਾ ਹੈ। ਕੋਈ ਪਿੰਡ ਆਉਣ ਵਾਲਾ ਹੈ ਜੋ ਬਿਲਕੁਲ ਤਲਵੰਡੀ ਵਰਗਾ ਹੋਵੇਗਾ, ਪਰ ਅਜੇ ਤਾਂ ਤਲਵੰਡੀ ਦਾ ਪੀਤਿਆ ਪਾਣੀ ਢਿੱਡ ਵਿੱਚ ਛਲਕ ਰਿਹਾ ਸੀ। ਕੁਝ ਚਿਹਰੇ ਅਜਿਹੇ ਮਿਲੇ ਜੋ ਹਾਲੇ ਪਛਾਣ ਰਹੇ ਸਨ, ਬੁਲਾਉਣ ਲਈ ਤਿਆਰ ਵੀ ਸਨ, ਅਜਨਬੀ ਬਣੇ ਰਹਿਣ ਲਈ ਰਾਜੀ ਨਹੀਂ ਸਨ। ਅਜਿਹਾ ਕਰਦੇ ਉਹ ਬੜੇ ਮਾਸੂਮ ਲੱਗਦੇ। ਉਹਨੂੰ ਪਤਾ ਸੀ ਕਿ ਪੜਾਵਾਂ ਵਾਂਗ ਹੌਲੀ-ਹੌਲੀ ਚਿਹਰੇ ਵੀ ਭੁੱਲ ਜਾਣੇ ਨੇ। ਉਹ ਆਪਣੇ ਆਪ ਨੂੰ ਵਰਜਦਾ ਵੀ, ਕਿਤੇ ਉਹਨੇ ਲੋੜ ਤੋਂ ਜ਼ਿਆਦਾ ਤਲਵੰਡੀ ਦੀਆਂ ਧੁਨਾਂ ਤਾਂ ਨਹੀਂ ਸੁਣ ਲਈਆਂ। ਛੋਟੀਆਂ-ਛੋਟੀਆਂ ਗੱਲਾਂ ਦੁਹਰਾਉਣ ਨੂੰ ਜੀ ਕਰ ਰਿਹਾ ਸੀ। ਰਬਾਬ ਦਾ ਉਹ ਹਿੱਸਾ ਜੋ ਆਪ ਨਹੀਂ ਵੱਜਦਾ, ਪਰ ਵੱਜਣ ਵਾਲੇ ਨੂੰ ਸਾਂਭਦਾ ਹੈ। ਕਈ ਵਾਰੀ ਟੋਹਿਆ। ਕਦੇ-ਕਦੇ ਸਰੀਰ ਨੂੰ ਵੀ ਇਸ ਤਰ੍ਹਾਂ ਪਲੋਸ ਲੈਣਾ ਚਾਹੀਦਾ ਹੈ। ਕਿੰਨਾ ਕੁਝ ਅੰਦਰ ਵੱਜ ਰਿਹਾ, ਵੱਜਣ ਦੇ ਰਿਹਾ। ਸਰੀਰ ਨੂੰ ਵੀ ਤਾਂ ਕਈ ਕੁਝ ਸਾਂਭਣਾ ਪੈਂਦਾ ਏ। ਸ਼ਾਇਦ ਇਸੇ ਲਈ ਤੁਰਨ ਤੋਂ ਪਹਿਲਾਂ ਅੰਮੀ ਦੇ ਕਹੇ ਇਹ ਲਫ਼ਜ਼ ਸੁਣੇ ਸਨ। ਪੁੱਤ, ਕਿੱਥੇ ਤੱਕ ਪਹੁੰਚ ਗਏ ਤੁਸੀਂ? ਕਿਉਂ ਅੰਮੀ? ਮੁੜ ਕੇ ਵੀ ਤਾਂ ਆਉਣਾ ਏ ਪੁੱਤ। ਪਹੁੰਚ ਕੇ ਤਾਂ ਕੋਈ ਮੁੜਿਆ ਹੀ ਨਹੀਂ ਅੰਮੀ। ਅੱਲਾ ਕਰੇ ਤੁਸੀਂ ਪਹਿਲਾਂ ਹੀ ਮੁੜ ਆਓ। ਉਹ ਪੰਡੋਕਲੀ ਚੁੱਕ ਅੱਗੇ ਚੱਲ ਪਈ ਸੀ। ਸ਼ਾਇਦ ਅੰਮੀ ਨੂੰ ਜਾਪਿਆ ਹੋਵੇ, ਜਿੰਨੀ ਛੇਤੀ ਛੱਡ ਆਵਾਂ ਓਨੀ ਛੇਤੀ ਮੁੜ ਆਉਣਗੇ। ਛਾਂ ਵਾਲੇ ਪਾਸਿਓਂ ਹਾਲੇ ਓਸ ਨਹੀਂ ਸੀ ਸੁੱਕੀ। ਪੱਕੀਆਂ ਫਸਲਾਂ ਦੇ ਖੜਾਕੇ ਨੇ ਓਸ ਕਦੋਂ ਦੀ ਚੂਸ ਲਈ ਸੀ। ਵੇਖੋ, ਹਾੜੀ ਸਿਰ ਉੱਤੇ ਖੜੀ ਏ। ਇਹ ਕਿਹੋ ਜਿਹੇ ਜਵਾਨ ਸਾਧ ਬਣੀ ਫਿਰਦੇ ਨੇ। ਥੋੜਾ ਹੋਰ ਉਡੀਕ ਲੈਂਦੇ। ਅੱਛਾ, ਡੂਮ ਹੋ। ਦੋਵੇਂ ਹੀ ਹੋ? ਨਹੀਂ, ਤਿੰਨੋਂ। ਮਰਦਾਨੇ ਨੇ ਦੋਵਾਂ ਕਿਸਾਨਾਂ ਵੱਲ ਵੇਖਿਆ। ਪਰ ਤੀਜਾ ਕਿੱਥੇ? ਉਹ ਹਾਲੇ ਮੈਨੂੰ ਵੀ ਨਹੀਂ ਦੱਸਿਆ। ਦੇਖੋ, ਇਹ ਮਰਾਸੀ ਟਿੱਚਰ ਕਰ ਗਿਆ। ਹੱਸਦੇ ਉਹ ਦੋਵੇਂ ਪੱਕੀ ਖੜੀ ਫਸਲ ਵੱਲ ਮੁੜ ਗਏ। ਇੱਕ ਵਾਰ ਮਰਦਾਨੇ ਨੇ ਵੀ ਪੱਕੀ ਖੜੀ ਫਸਲ ਵੱਲ ਝਾਤੀ ਮਾਰੀ। ਖੇਤਾਂ ਵਿੱਚ ਖੜੇ ਟਾਵੇਂ ਦਰਖਤਾਂ ਉੱਤੇ ਲਟਕਦੇ ਮਮੋਲਿਆਂ ਦੇ ਆਲ੍ਹਣੇ ਦਿਸੇ। ਜਦ ਵੀ ਇਸ ਤਰ੍ਹਾਂ ਮਮੋਲਿਆਂ ਦੇ ਆਲ੍ਹਣੇ ਦਿਸਦੇ ਨੇ, ਜੀ ਕਰਦਾ ਕੁਝ ਦੇਰ ਲਈ ਉਹਨਾਂ ਦਰਖਤਾਂ ਥੱਲੇ ਬੈਠਿਆ ਜਾਵੇ। ਇਹਨਾਂ ਨੰਨੇ ਪੰਛੀਆਂ ਨੂੰ ਨਿਮਰਤਾ ਦਾ ਕੋਈ ਸੱਦਾ ਤਾਂ ਆਇਆ ਹੀ ਹੋਵੇਗਾ, ਨਹੀਂ ਕੌਣ ਆਪਣੇ ਉੱਤੇ ਘਰ ਬਣਾਉਣ ਦਿੰਦਾ ਏ। ਤੁਰਦੇ ਮਰਦਾਨੇ ਨੇ ਅਜਿਹੇ ਕਈ ਦਰਖਤਾਂ ਦੇ ਤਣਿਆਂ ਨੂੰ ਛੋਹਿਆ। ਅਜੀਬ ਗੱਲ ਏ, ਦੋ ਤਖਾਣਜਾਰ ਮਿਲੇ, ਲਾਲੋ ਤੇ ਫਿਰੰਦਾ। ਦੋਵਾਂ ਨੂੰ ਮਿਲ ਕੇ ਖੜੀ ਬਨਸਪਤੀ ਨੂੰ ਗਲਵੱਕੜੀ ਪਾਉਣ ਨੂੰ ਜੀ ਮਚਲ ਉੱਠਦਾ ਏ। ਅਜਿਹੇ ਵੇਲੇ ਉਹਦਾ ਰਬਾਬ ਵਜਾਉਣ ਨੂੰ ਜੀ ਕੀਤਾ, ਪਰ ਅੱਗੇ ਬਾਬਾ ਟੁਰ ਰਿਹਾ ਸੀ। ਸ਼ਾਇਦ ਬੋਲ ਕੇ ਪੁੱਛਣਾ ਜ਼ਿਆਦਾ ਭਾਉਂਦਾ। ਉਂਝ ਉਹਨੂੰ ਪਤਾ ਸੀ ਕਿ ਹੈਂ ਬਾਬਾ ਕਹਿਣ ਤੇ ਰਬਾਬ ਵਜਾਉਣੀ। ਦੋਵਾਂ ਵਿੱਚ ਇੱਕੋ ਜਿੰਨਾ ਸਰੂਰ ਸੀ। ਛੋਟੀ ਉਡਾਰੀ ਵਾਲੇ ਪੰਛੀ ਆਪਣੀ ਉਡਾਨ ਮੁਕਾ ਦਰਖਤਾਂ ਉੱਤੇ ਬੈਠਣ ਲੱਗੇ ਸਨ। ਵਿੱਥਾਂ ਵਿਚਲਾ ਅਕੇਵਾਂ ਹੁਣ ਬਹੁਤ ਘੱਟ ਰਹਿ ਗਿਆ ਸੀ। ਉਂਝ ਵੀ ਤਲਵੰਡੀ ਹੁਣ 3 ਪਹਿਰ ਪਿੱਛੇ ਰਹਿ ਗਿਆ ਸੀ। ਪਰ ਯਾਦਾਂ ਸਾਂਭਣੀਆਂ ਸੌਖੀਆਂ ਨਹੀਂ ਸਨ। ਆਪਣੀ ਜਗ੍ਹਾ ਕਿਸੇ ਹੋਰ ਨੂੰ ਬਿਠਾਲ ਯਾਦਾਂ ਕਿਸੇ ਹੋਰ ਨੂੰ ਢੂੰਡਣ ਲੱਗ ਜਾਂਦੀਆਂ ਨੇ। ਹਾਂ, ਆਖਰੀ ਰਾਤ ਨੂੰ ਪਿੰਜੇ ਦੀ ਟੁਣਕਾਰ ਨਹੀਂ ਸੀ ਸੁਣੀ। ਇਸ ਵਾਰੀ ਰਾਏ ਬੁਲਾਰ ਦੀਆਂ ਅੱਖਾਂ ਪਹਿਲਾਂ ਨਾਲੋਂ ਜ਼ਿਆਦਾ ਉਚਾਈ ਤੱਕਦੀਆਂ ਦਿਸਦੀਆਂ। ਮਰਦਾਨੇ ਨੇ ਸਹਿਮਤੀ ਵਿੱਚ ਸਿਰ ਹਿਲਾਇਆ। ਅਜਿਹੀਆਂ ਯਾਦਾਂ ਬੇਸ਼ੱਕ ਆਉਂਦੀਆਂ ਰਹਿਣ। ਇੱਕ ਵੱਡਾ ਕਸਬਾ ਪਿੱਛੇ ਰਹਿ ਗਿਆ ਸੀ। ਚਹਿਲ ਕਦਮੀ ਨਾਲ ਭਰੇ ਰਾਹਾਂ ਵਿੱਚ ਵੀਰਾਨਗੀ ਜਿਹੀ ਨਜ਼ਰ ਆਉਣ ਲੱਗ ਪਈ। ਅੱਗੇ ਟਾਵੇਂ ਦੂਰ ਤੱਕ ਖਿਲਰੇ ਘਰ ਨਜ਼ਰ ਆਉਣ ਲੱਗੇ। ਉਹਨਾਂ ਵਿਚਕਾਰ ਗੁੱਛੇ ਵਾਂਗ ਇਕੱਠੇ ਦਰਖਤਾਂ ਦੇ ਝੁੰਡ ਦਿਸਦੇ। ਸ਼ਾਇਦ ਇਹੋ ਹੀ ਇੱਕ ਘਰ ਤੋਂ ਦੂਜੇ ਘਰ ਤੱਕ ਦੀ ਦੀਵਾਰ ਸੀ। ਥੋੜ੍ਹੀ ਦੇਰ ਪਹਿਲਾਂ ਘੁਮੰਤਰੂ ਟੋਲੇ ਦਾ ਇੱਕ ਝੁੰਡ ਰਾਈਆਂ ਨੂੰ ਕੁਝ ਕਹਿ ਅੱਗੇ ਲੰਘ ਗਿਆ।
ਇਹ ਰਾਹਾਂ ਵਿੱਚ ਪੜਾ ਕਰਦੀਆਂ ਸਦਾ ਸਫ਼ਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਸਨ। ਆਮ ਰਾਹੀਆਂ ਲਈ ਇਹ ਆਮ ਗੱਲ ਸੀ, ਪਰ ਅਜਨਬੀ ਚਿਹਰੇ ਹੈਰਾਨੀ ਨਾਲ ਵੇਖਦੇ। ਸਾਧਾਂ ਦੇ ਇੱਕ ਵੱਡੇ ਜੱਥੇ ਨੂੰ ਛੇੜਦੀਆਂ ਉਹ ਬਿਲਕੁਲ ਉਹਨਾਂ ਦੇ ਬਰਾਬਰ ਜਾ ਪਹੁੰਚੀਆਂ। ਨਾ ਇਹ ਮਲਤਾਨੀ ਘੋੜੀਆਂ ਕਿੱਧਰ ਚੱਲੀਆਂ? ਲੋਧੀਆਂ ਦੇ ਘੋੜਿਆਂ ਕੋਲ। ਕਿਉਂ ਜਾਣਾ? ਉਹ ਉੱਚੀ ਹੱਸਦੀਆਂ ਮੱਥੇ ਉੱਪਰ ਹੱਥ ਘੁਮਾ ਪੁੱਠਾ ਹੱਥ ਚੁੰਮਣ ਲੱਗਦੀਆਂ। ਪੁੱਛਣ ਵਾਲਾ ਨੌਜਵਾਨ ਸਾਧ ਵਾਪਸ ਆਪਣੀ ਟੋਲੀ ਅੰਦਰ ਚਲਾ ਗਿਆ। ਤੁਰਦੇ ਤੁਰਦੇ ਬਾਬਾ ਤੇ ਮਰਦਾਨਾ ਵੀ ਉਹਨਾਂ ਦੇ ਨੇੜੇ ਪਹੁੰਚ ਗਏ ਸਨ। ਘੁਮੰਤਰੂ ਟੋਲਾ ਅਗਲਾ ਸਵਾਲ ਪੁੱਛ ਰਿਹਾ ਸੀ, ਸਾਧੋ ਤੁਸੀਂ ਲੰਗੂਰ ਕਿਉਂ ਫੜਿਆ? ਅੱਗੇ ਬਾਂਦਰ ਬਹੁਤ ਨੇ। ਸਾਧ ਨੇ ਲੰਗੂਰ ਵਾਲਾ ਰੱਸਾ ਢਿੱਲਾ ਛੱਡਿਆ। ਪਰ ਜੇ ਲੰਗੂਰ ਤੇ ਬਾਗ ਪੈ ਗਿਆ? ਉਹ ਹੋਰ ਨੇੜੇ ਹੋਈਆਂ। ਬੁੱਢੇ ਸਾਧ ਨੇ ਲੰਗੂਰ ਦੀ ਰੱਸੀ ਜ਼ੋਰ ਦੀ ਖਿੱਚੀ। ਉਹਨੇ ਲੰਗੂਰ ਨੂੰ ਛੱਡਣ ਵਾਂਗ ਉਹਦੇ ਗਲ ਨੂੰ ਹੱਥ ਵੀ ਪਾਇਆ। ਮੁੜ ਕੇ ਸਵਾਲ ਮਤ ਕਰਨਾ, ਲੰਗੂਰ ਛੱਡ ਦੇਵਾਂਗਾ। ਮੁੜ ਕੇ ਇਹ ਸਰੀਰ ਧੰਦੇ ਜੋਗਾ ਵੀ ਨਹੀਂ ਰਹਿਣਾ, ਸਮਝੀਆਂ? ਇਸ ਵਾਰੀ ਉਹਨਾਂ ਚੋਂ ਸਿਰਫ ਇੱਕ ਨੌਜਵਾਨ ਕੁੜੀ ਅੱਗੇ ਆਈ। ਅਸੀਂ ਤਾਂ ਫਕੀਰ ਸਮਝ ਕੇ ਪੁੱਛਿਆ ਸੀ, ਤੁਸੀਂ ਤਾਂ ਤਿਆਗੀ ਨਿਕਲੇ। ਉਹ ਕਿਵੇਂ? ਫਕੀਰ ਨਿਮਰ, ਤਿਆਗੀ ਕਰੋਧੀ। ਥੋੜੀ ਦੇਰ ਲਈ ਦੋਵਾਂ ਪਾਸਿਓਂ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ। ਫਿਰ ਚੱਲੀ ਹੰਸਾਂ ਦੀ ਜੋੜੀ। ਉਹੀ ਆਵਾਜ਼ ਫਿਰ ਸੁਣੀ। ਅਜਿਹੀਆਂ ਆਵਾਜ਼ਾਂ ਕਈ ਮਹੀਨੇ ਬਾਅਦ ਸੁਣਦੀਆਂ ਨੇ। ਪਤਾ ਨਹੀਂ ਲੱਗਦਾ ਜੋ ਕੁਝ ਬਾਬੇ ਨੇ ਕਹਿਣਾ ਹੁੰਦਾ ਉਹ ਕਿਸੇ ਹੋਰ ਤੋਂ ਕਿਵੇਂ ਅਖਵਾ ਦਿੰਦਾ ਏ। ਅਜਿਹੇ ਵੇਲੇ ਮਹਿਕ ਵਿੱਚ ਘਿਰਦੇ ਪ੍ਰਸ਼ਨ ਸੁਗੰਧੀਆਂ ਦਾ ਉੱਤਰ ਦਿੰਦੇ ਸੁਣਦੇ ਨੇ। ਪਰ ਬਾਬਾ ਥੋੜੀ ਦੇਰ ਲਈ ਰੁਕੇ ਤਾਂ ਸਹੀ। ਕਦਮਾਂ ਨਾਲ ਚੱਲਦੇ ਸਭ ਸੰਭਾਲਣੇ ਵੀ ਤਾਂ ਹੁੰਦੇ ਨੇ। ਕਿੰਨੀ ਦੇਰ ਉਹ ਨਾਲ ਚੱਲਦੇ ਰਹੇ। ਕਿਸੇ ਕੋਲੋਂ ਗੁਜ਼ਰਨ ਦਾ ਪੰਧ ਮੁੱਕ ਨਹੀਂ ਸੀ ਰਿਹਾ। ਕਈ ਵਾਰੀ ਮਰਦਾਨੇ ਨੇ ਧਿਆਨ ਨਾਲ ਵੇਖਿਆ ਵੀ ਕਿ ਕੌਣ ਇਸ ਬਰਾਬਰਤਾ ਨੂੰ ਜਾਰੀ ਰੱਖ ਰਿਹਾ ਹੈ। ਕਿਤੇ ਅੱਗੇ ਚੱਲਦਾ ਉਹ ਘੁਮੰਤਰੂ ਟੋਲਾ ਚਾਲ ਨੂੰ ਨਿਰੰਤਰ ਤਾਂ ਨਹੀਂ ਕਰ ਰਿਹਾ, ਜਾਂ ਸਾਰੇ ਕਾਫਲੇ ਨੂੰ ਬਾਬੇ ਦੇ ਕਦਮਾਂ ਦੀ ਚਾਲ ਤਾਲਮੇਲ ਕਰ ਰਹੀ ਹੈ। ਇੱਕ ਛੋਟੀ ਜਿਹੀ ਬੱਦਲੀ ਆਰ ਪਾਰ ਹੁੰਦੀ ਸੂਰਜ ਦੀ ਲਾਲੀ ਧਰਤੀ ਤੱਕ ਉਤਾਰ ਲਿਆਈ। ਮਰਦਾਨੇ ਨੇ ਅੱਗੇ ਨਜ਼ਰ ਮਾਰੀ। ਸਿਰਫ ਬਾਬਾ ਸਾਹਮਣੇ ਚੱਲ ਰਿਹਾ ਸੀ। ਉਹ ਸਭ ਪਿੱਛੇ ਰਹਿ ਗਏ ਸਨ ਜਾਂ ਅੱਗੇ ਲੰਘ ਗਏ ਸਨ, ਕੁਝ ਵੀ ਪਤਾ ਨਹੀਂ ਲੱਗਾ। ਯਾਦਾਂ ਸ਼ਾਇਦ ਭੁਲੇਖੇ ਨਾਲ ਉਹਨਾਂ ਨਾਲ ਹੀ ਚਲੀਆਂ ਗਈਆਂ ਸਨ। ਅਜਿਹੇ ਵੇਲੇ ਕਿਉਂ ਨਾ ਰਬਾਬ ਵਜਾਈ ਜਾਵੇ। ਉਂਝ ਵੀ ਸਵੇਰੇ ਪਿੰਡ ਤੋਂ ਨਿਕਲ ਕੇ ਉਹ ਖੇਤਾਂ ਵਿੱਚ ਜਾ ਕੇ ਗਾਉਣ ਲੱਗ ਪਏ ਸਨ। ਜਦੋਂ ਗਾਇਨ ਖਤਮ ਕਰ ਰਬਾਬ ਮੋਢੇ ਤੇ ਟੰਗਣ ਲੱਗੇ, ਉਹਨੇ ਪਿੱਛੇ ਵੇਖਿਆ ਤਾਂ ਤਲਵੰਡੀ ਦਿਸਣੋਂ ਹਟ ਗਿਆ ਸੀ। ਪਿੱਠ ਪਿੱਛੇ ਕਿਸੇ ਦੇ ਹੋਣ ਦੀ ਜੋ ਵਿੜਕ ਸੁਣ ਰਹੀ ਸੀ, ਉਹ ਦੂਰੀਆਂ ਨੇ ਕਿਤੇ ਪਿੱਛੇ ਰੋਕ ਲਈ ਸੀ। ਤਾਂ ਹੀ ਉਸ ਤੋਂ ਬਾਅਦ ਯਾਦਾਂ ਨਾਲ ਆ ਰਲੀਆਂ ਸਨ। ਖੱਚਰਾਂ ਦਾ ਇੱਕ ਕਾਫਲਾ ਲੰਘ ਰਿਹਾ ਸੀ। ਗਲ ਦੀਆਂ ਟੱਲੀਆਂ ਦੀ ਆਵਾਜ਼ ਪਿੱਠ ਤੇ ਲੱਦੇ ਭਾਰ ਦੀ ਸਹਿਮਤੀ ਨਾਲ ਖੜਕਦੀ। ਕਿਸ ਦੀ ਪਿੱਠ ਤੇ ਕਿੰਨਾ ਭਾਰ ਸੀ, ਇਹ ਟੱਲੀਆਂ ਦੀਆਂ ਆਵਾਜ਼ਾਂ ਤੋਂ ਪਤਾ ਲੱਗਦਾ ਸੀ। ਸਰੀਰ ਉਸ ਤੋਂ ਜ਼ਿਆਦਾ ਹਿੱਲਣ ਦੀ ਇਜਾਜ਼ਤ ਹੀ ਨਹੀਂ ਸੀ ਦੇ ਰਿਹਾ। ਉਹਨਾਂ ਦੇ ਪਿੱਛੇ ਕੁਝ ਲੋਕ ਚੱਲ ਰਹੇ ਸਨ, ਜਿਨ੍ਹਾਂ ਨੇ ਮਾਲਕ ਨੂੰ ਦੱਸਣਾ ਸੀ ਕਿ ਉਹ ਕਿਉਂ ਪੂਰਾ ਅਨਾਜ ਨਹੀਂ ਦੇ ਸਕੇ। ਉਹ ਡਰੇ ਹੋਏ ਕਦਮਾਂ ਨਾਲ ਚੱਲਦੇ ਆਪੋ ਆਪਣੀਆਂ ਦਲੀਲਾਂ ਸੋਚਦੇ ਤੁਰ ਰਹੇ ਸਨ। ਕਦੇ ਦਲੀਲ ਗੱਲਾਂ ਵਿੱਚ ਉਤਰ ਜਾਂਦੀ। ਜਦ ਅਸੀਂ ਛੋਟੇ ਮਾਲਕ ਨੂੰ ਦੱਸ ਦਿੱਤਾ ਤਾਂ ਸਾਨੂੰ ਵੱਡੇ ਮਾਲਕ ਕੋਲ ਕਿਉਂ ਲਿਜਾ ਰਹੇ ਹੋ? ਉਹ ਵੱਡਾ ਮਾਲਕ ਏ। ਖੱਚਰਾਂ ਦੀਆਂ ਪਿੱਠਾਂ ਵੇਖ ਕੇ ਅਨਾਜ ਦਾ ਅੰਦਾਜ਼ਾ ਲਾ ਲੈਂਦਾ ਏ। ਮੈਂ ਮਾਲਕ ਦਾ ਲੂਣ ਖਾਧਾ ਏ, ਝੂਠ ਕਿਉਂ ਬੋਲਾਂ? ਪਰ ਹਜੂਰ, ਹੋਰ ਅੰਨ ਤਾਂ ਘਰ ਵਿੱਚ ਹੈ ਹੀ ਨਹੀਂ ਸੀ। ਛੱਡ ਦਿਓ ਜ਼ਮੀਨਾਂ, ਮਾਲਕ ਕੋਲ ਕਾਮਿਆਂ ਦੀ ਘਾਟ ਥੋੜ੍ਹੀ ਏ। ਅਸੀਂ ਹਰ ਫਸਲ ਤੇ ਪੂਰਾ ਅੰਨ ਦਿੰਦੇ ਸੀ, ਪਰ ਇਸ ਵਾਰੀ ਧੁੱਪ ਨਹੀਂ ਨਿਕਲੀ। ਧੁੰਦ ਨੇ ਫਸਲਾਂ ਵਿੱਚ ਦਾਣਾ ਹੀ ਨਹੀਂ ਬੈਠਣ ਦਿੱਤਾ। ਮੈਂ ਕੋਈ ਰੱਬ ਏ ਜੋ ਦਾਣਾ ਪਾਉਣਾ ਸੀ? ਵੱਡੇ ਮਾਲਕ ਨੂੰ ਦੱਸਣਾ।
ਮਹਿਤਾ ਪਟਵਾਰੀ ਕਿਸਾਨਾਂ ਦੀ ਇੱਕ ਨਹੀਂ ਸੀ ਸੁਣ ਰਿਹਾ। ਫਿਰ ਉਹ ਚੁੱਪਚਾਪ ਖੱਚਰਾਂ ਦੇ ਪਿੱਛੇ ਤੁਰਨ ਲੱਗੇ। ਖੱਚਰਾਂ ਆਸਾਨੀ ਨਾਲ ਤੁਰ ਰਹੀਆਂ ਸਨ। ਫਿਰ ਦੂਰ ਉੱਚੀ ਪਹਾੜੀ ਦੀ ਪਗਡੰਡੀ ਉੱਤੇ ਖੱਚਰਾਂ ਦੇ ਛੋਟੇ-ਛੋਟੇ ਆਕਾਰ ਚੜ੍ਹਦੇ ਦਿਸੇ। ਬੰਦਿਆਂ ਦੇ ਤਰਲੇ ਹਾਲੇ ਵੀ ਢਲਾਣਾਂ ਉੱਪਰੋਂ ਉਤਰਦੇ ਸੁਣ ਰਹੇ ਸਨ। ਟੱਲੀਆਂ ਦੀ ਆਵਾਜ਼ ਸੁਣਨੋਂ ਹਟ ਗਈ ਸੀ। ਸ਼ਾਇਦ ਉਚਾਣ ਨੇ ਭਾਰ ਤੇ ਸਰੀਰ ਦਾ ਸੰਦੇਸ਼ ਟੱਲੀਆਂ ਨੂੰ ਪਹੁੰਚਾ ਦਿੱਤਾ ਸੀ। ਨਾ ਹਿਲਣ ਦਾ। ਹਾਲੇ ਅੱਗੇ ਬਹੁਤ ਸਿੱਧੀ ਚੜ੍ਹਾਈ ਦਿਸਦੀ ਸੀ। ਇੱਕ ਪਾਲਕੀ ਅੱਗੇ 2 ਜਣੇ ਪ੍ਰਸ਼ਾਦ ਵੰਡਦੇ ਚੱਲ ਰਹੇ ਸਨ। ਪਾਲਕੀ ਦੇ ਹਰੇ ਪਰਦਿਆਂ ਚੋਂ ਕਦੇ-ਕਦੇ ਅਸ਼ੀਰਵਾਦ ਲਈ ਇੱਕ ਮੋਟੀ ਬਾਂਹ ਬਾਹਰ ਨਿਕਲਦੀ। ਜ਼ਿਆਦਾ ਰਾਹੀ ਝੁਕ ਕੇ ਸਲਾਮ ਕਰਦੇ ਲੰਘੇ। ਪਾਲਕੀ ਦੇ ਨੇੜੇ ਆਉਣ ਤੇ ਪਤਾ ਲੱਗਾ ਕਿ ਕੁਝ ਲੋਕ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਚੁੱਪ ਹੋ ਜਾਂਦੇ। ਕਦੇ-ਕਦੇ ਲੋਕਾਂ ਦੀ ਬੁੜ-ਬੁੜ ਵੀ ਸੁਣਦੀ। ਇੱਥੇ ਆ ਕੇ ਮੁਸਲਮਾਨਾਂ ਨੇ ਵੀ ਹਿੰਦੂਆਂ ਤੋਂ ਜਾਤ-ਪਾਤ ਸਿੱਖ ਲਈਏ। ਇੱਕ ਵਾਰੀ ਉਹ ਆਵਾਜ਼ ਵੀ ਸੁਣੀ ਜਿਸ ਨੂੰ ਹੁਣੇ ਕਿਸੇ ਨੇ ਟੋਕਿਆ ਸੀ। ਕਿਹੜਾ ਹੱਥ ਸੁੱਚਾ? ਜਿੱਧਰ ਤੇਰੀ ਨਜ਼ਰ ਸੁੱਚੀ ਏ, ਬਾਬੇ ਦੀ ਆਵਾਜ਼ ਆਈ। ਇਸ ਵਾਰੀ ਪਾਲਕੀ ਚੋਂ ਹੱਥ ਦੀ ਜਗ੍ਹਾ ਸਿਰ ਨਿਕਲਿਆ। ਬਾਬਾ ਰੁਕਿਆ ਵੀ ਨਹੀਂ ਸੀ। ਮਰਦਾਨੇ ਨੇ ਵੇਖਿਆ ਸਿਰਫ ਉਹ ਦੋਵੇਂ ਪ੍ਰਸ਼ਾਦ ਲਏ ਬਿਨਾਂ ਲੰਘੇ ਸਨ। ਪਾਲਕੀ ਪਿੱਛੇ ਹੀ ਰੁਕ ਗਈ ਸੀ। ਮਰਦਾਨੇ ਨੇ ਵੇਖਿਆ ਕੋਈ ਪਾਲਕੀ ਤੋਂ ਬਾਹਰ ਨਿਕਲ ਤੁਰੇ ਜਾਂਦੇ ਬਾਬੇ ਵੱਲ ਵੇਖੀ ਜਾ ਰਿਹਾ ਸੀ। ਮਰਦਾਨੇ ਨੇ ਕਈ ਵਾਰ ਪਿੱਛੇ ਮੁੜ ਕੇ ਵੇਖਿਆ। ਅਗਲੇ ਦਿਨਾਂ ਵਿੱਚ ਜਦੋਂ ਅਜਿਹੇ ਚਿਹਰੇ ਯਾਦ ਆਉਣਗੇ ਤਾਂ ਉਹਨਾਂ ਦੇ ਨਕਸ਼ ਨਹੀਂ ਉਗੜਨਗੇ। ਆਪਣੇ ਤੇ ਬੜੀ ਖਿਝ ਆਵੇਗੀ, ਜਿਵੇਂ ਧੁਨ ਯਾਦ ਹੋਵੇ ਪਰ ਰਬਾਬ ਤੇ ਨਾ ਵੱਜ ਰਹੀ ਹੋਵੇ। ਥੋੜ੍ਹੀ ਦੇਰ ਪਹਿਲਾਂ ਜਿਹੜੇ ਪਾਲਤੂ ਕਬੂਤਰ ਅਸਮਾਨ ਉੱਪਰ ਉੱਡਦੇ ਦਿਸ ਰਹੇ ਸਨ, ਉਹ ਹੌਲੀ-ਹੌਲੀ ਇੱਕ ਗੜੀ ਉੱਪਰ ਉਤਰਦੇ ਦਿਸੇ। ਅੱਜ ਪੂਰਾ ਦਿਨ ਪਿੰਡ ਛੇਤੀ-ਛੇਤੀ ਆਉਂਦੇ ਰਹੇ। ਜ਼ਿਆਦਾ ਪਿੰਡਾਂ ਦੇ ਉਹ ਵਿਚਕਾਰ ਨੂੰ ਲੰਘੇ। ਇਸ ਤਰ੍ਹਾਂ ਲੰਘਣ ਨਾਲ ਭੁੱਖ ਬਹੁਤ ਜਲਦੀ ਲੱਗਦੀ ਏ। ਮਰਦਾਨੇ ਨੇ ਕਈ ਵਾਰ ਕਾਸਾ ਬਾਹਰ ਵੀ ਕੱਢਿਆ, ਪਰ ਦੂਜੇ ਪਾਸਿਓਂ ਕੋਈ ਹੁਕਮ ਨਾ ਆਇਆ। ਆਖਰ ਤੀਜੇ ਪਹਿਰ ਦੇ ਸ਼ੁਰੂ ਵਿੱਚ ਇੱਕ ਪਿੰਡ ਬਾਹਰੋਂ ਲੰਘਦੇ ਇੱਕ ਆਵਾਜ਼ ਸੁਣੀ। ਫਕੀਰੋ, ਜੇ ਰੋਟੀ ਖਾ ਜਾਂਦੇ ਤਾਂ ਚੰਗਾ ਸੀ। ਪਗਡੰਡੀ ਦੇ ਨਾਲ ਇੱਕ ਪਿਲਕਣ ਥੱਲੇ ਉਹਨਾਂ ਰੱਜ ਕੇ ਦੁਪਹਿਰ ਦੀ ਰੋਟੀ ਖਾਧੀ। ਜੀ ਤਾਂ ਕੀਤਾ ਸੀ ਥੋੜ੍ਹੀ ਪਿੱਠ ਸਿੱਧੀ ਹੋ ਜਾਵੇ, ਪਰ ਬਾਬਾ ਰੋਟੀ ਖਾ ਕੇ ਤੁਰੰਤ ਉੱਠ ਖੜਿਆ। ਜਿਸ ਪ੍ਰੇਮ ਨਾਲ ਉਸ ਕਿਸਾਨ ਨੇ ਰੋਟੀ ਖਵਾਈ ਸੀ, ਉਸ ਦੀ ਜਗਿਆਸਾ ਪੁੱਛਣ ਨੂੰ ਕੁਝ ਸਮਾਂ ਲੱਗਣਾ ਸੀ। ਮਰਦਾਨੇ ਨੂੰ ਇਹ ਵੀ ਪੁੱਛਣ ਦਾ ਸਮਾਂ ਨਹੀਂ ਮਿਲਿਆ। ਅਗਲਾ ਪੜਾਅ ਉਹਨਾਂ ਇੱਕ ਖੂਹ ਅੱਗੇ ਕੀਤਾ। ਬਹੁਤ ਸਾਰੇ ਬੰਦੇ ਤੇ ਤੀਵੀਆਂ ਖੂਹ ਉੱਤੇ ਪਾਣੀ ਭਰ ਰਹੇ ਸਨ। ਜ਼ਿਆਦਾ ਲੋਕ ਗੜੀ ਅੰਦਰ ਪਾਣੀ ਢੋ ਰਹੇ ਸਨ। ਕਾਫੀ ਦੇਰ ਖੜੇ ਰਹਿਣ ਤੋਂ ਬਾਅਦ ਉਹਨਾਂ ਦੀ ਵਾਰੀ ਆਈ ਸੀ। ਗੜੀ ਇੰਨੀ ਨੇੜੇ ਆ ਗਈ ਸੀ ਕਿ ਉੱਡਦੇ ਕਬੂਤਰ ਦਿਸਣੋਂ ਹਟ ਗਏ। ਕੁਝ ਸਵਾਰ ਘੋੜਿਆਂ ਦੀਆਂ ਲਗਾਮਾਂ ਫੜ ਤਿਆਰ-ਬਰ ਤਿਆਰ ਖੜੇ ਸਨ। ਅੰਦਰੋਂ ਕਿਲ੍ਹੇਦਾਰ ਨੇ ਆਉਣਾ ਸੀ। ਉੱਚੀ ਦੀਵਾਰ ਦੀ ਦਰਜ ਚੋਂ ਇੱਕ ਘੋੜਾ ਹਰੀ ਤਿੜ ਖਾਣ ਲਈ ਲਗਾਮ ਖਿੱਚ ਰਿਹਾ ਸੀ। ਘੋੜੇ ਨੇ ਨਾਸਾਂ ਨੇੜੇ ਕੀਤੀਆਂ ਤੇ ਝੱਟ ਮੂੰਹ ਦੂਜੇ ਪਾਸੇ ਫੇਰ ਲਿਆ। ਅੰਦਰ ਕੋਈ ਮੁਸ਼ਕ ਵਾਲੀ ਸ਼ੈ ਸੀ। ਘੋੜਿਆਂ ਤੋਂ ਦੂਰ ਹੋ ਕੇ ਲੰਘੋ, ਸਵਾਰਾਂ ਚੋਂ ਇੱਕ ਦੀ ਆਵਾਜ਼ ਸੁਣੀ। ਕੋਈ ਨਾ ਭਾਈ, ਅਸੀਂ ਲੰਘ ਜਾਣਾ, ਮਰਦਾਨੇ ਨੇ ਨਿਮਰਤਾ ਨਾਲ ਕਿਹਾ। ਮੇਰਾ ਘੋੜਾ ਫਕੀਰਾਂ ਤੋਂ ਬੜਾ ਚੌਂਧਕਦਾ, ਇਹਨੂੰ ਕਿਸੇ ਖਾਨਗਾਹ ਵਿੱਚ ਛੱਡ ਆ, ਨਾਲ ਦਾ ਸਵਾਰ ਬੋਲਿਆ। ਜੇ ਖਾਨਗਾਹ ਵਿੱਚ ਜ਼ਿਆਦਾ ਘੋੜੇ ਹੋ ਗਏ ਤਾਂ ਔਖੀ ਹੋ ਜੂ। ਅੱਜ ਕੱਲ੍ਹ ਦੇ ਫਕੀਰ ਕਿਲਿਆਂ ਵੱਲ ਵੇਖਣ ਲੱਗ ਪਏ ਨੇ। ਉਹ ਗੱਲਾਂ ਕਰ ਹੀ ਰਹੇ ਸਨ, ਘੋੜਾ ਫਿਰ ਚੌਂਕਿਆ। ਆ ਜਿਹੜੀ ਮੋਢੇ ਉੱਤੇ ਟੰਗੀ ਏ, ਇਹਨੂੰ ਘੋੜਿਆਂ ਵੱਲ ਨਾ ਕਰ। ਇਸ ਵਾਰੀ ਘੋੜਸਵਾਰ ਦੀ ਆਵਾਜ਼ ਗੁੱਸੇ ਵਿੱਚ ਸੀ। ਅੱਗੇ ਛੋਟੇ-ਛੋਟੇ ਘਰ ਤੇ ਦੇਹਲੀਆਂ ਅੱਗੇ ਬਜ਼ੁਰਗ ਚਿਹਰੇ ਬੈਠੇ ਸਨ। ਬਹੁਤ ਹੀ ਸ਼ਾਂਤ ਪਿੰਡ ਸੀ। ਸ਼ਾਇਦ ਗੜੀ ਬਹੁਤ ਨੇੜੇ ਸੀ। ਗੜੀ ਵੱਲੋਂ ਆਉਂਦਾ ਹਰ ਚਿਹਰਾ ਸਲਾਮ ਦਾ ਹੱਕਦਾਰ ਸੀ। ਉਹ ਉੱਠਦੇ, ਝੁਕਦੇ ਸਲਾਮ ਕਰਦੇ। ਜਦੋਂ ਉਹ ਕੋਲੋਂ ਲੰਘੇ, ਉਹ ਆਪਣੀ ਭੁੱਲ ਤੋਂ ਥੋੜ੍ਹਾ ਤਰਬ ਕੇ, ਇੱਕ ਲਈ ਸਲਾਮ,
ਦੂਜੇ ਲਈ ਨਮਸਕਾਰ ਮਸਾਂ ਪੂਰੀ ਹੁੰਦੀ ਸੀ। ਪਰ ਉਹ ਦੋਵੇਂ ਮੁਸਕਰਾਉਂਦੇ ਕੋਲੋਂ ਲੰਘ ਗਏ। ਗਲੀ ਦੇ ਸਿਰੇ ਤੇ ਜਾ ਕੇ ਬਾਬਾ ਰੁਕ ਗਿਆ। ਬਹੁਤ ਭੀੜੀ ਗਲੀ ਸੀ। ਥੱਲੇ ਵੀ ਕੁਝ ਬੈਠਣ ਲਈ ਨਹੀਂ ਸੀ। ਦੋਵਾਂ ਨੇ ਖੜ ਕੇ ਹੀ ਗਾਇਆ। ਉਹਨਾਂ ਦੇ ਕੋਲ ਕੋਈ ਨਹੀਂ ਆਇਆ। ਉਹ ਆਪੋ ਆਪਣਿਆਂ ਬੂਹਿਆਂ ਅੱਗੇ ਖੜ ਕੇ ਸੁਣਦੇ ਰਹੇ। ਇੱਕ ਸੁਰੀਲੀ ਆਵਾਜ਼ ਬਹੁਤ ਦਿਲ ਦੇ ਨੇੜੇ ਦੀਆਂ ਗੱਲਾਂ ਕਰਦੀ ਰਹੀ। ਕੁਝ ਦੇਰ ਬਾਅਦ ਉਹਨਾਂ ਵੇਖਿਆ ਉਹ ਉਸੇ ਤਰ੍ਹਾਂ ਗਾਉਂਦੇ ਪਿੰਡੋਂ ਬਾਹਰ ਨਿਕਲ ਗਏ, ਪਰ ਉਹਨਾਂ ਦੇ ਬੋਲ ਫਸਲਾਂ ਦੇ ਨਾਵਾਂ ਵਾਂਗ ਹਮੇਸ਼ਾ ਲਈ ਚੇਤੇ ਹੋ ਗਏ। ਹੁਣ ਤੱਕ ਜਿਹੜੀ ਸੂਰਜ ਦੀ ਤਪਸ਼ ਦਿਸੀ ਸੀ, ਜਾਂਦੇ ਜਾਂਦੇ ਸਿਜਦੇ ਵਰਗੀ ਹਲੀਮੀ ਵਿੱਚ ਬਦਲ ਗਈ। ਉਹ ਬੱਚੇ ਵਾਂਗ ਝੁਕਦਾ ਗੁਲਾਬੀ ਹੁੰਦਾ ਧਰਤੀ ਨਾਲ ਲੱਗ ਗਿਆ। ਸ਼ਬਦਾਂ ਤੋਂ ਬਿਨਾਂ ਬੋਲਦੀ ਬਨਸਪਤੀ ਦਿਸਣੋਂ ਹਟ ਗਈ। ਇਹ ਸੂਰਜ ਦੇ ਵਿਦਾ ਹੋਣ ਦੀ ਵਡਿਆਈ ਸੀ ਕਿ ਧਰਤੀ ਦੇ ਸਿਰ ਉੱਪਰ ਛੁਪਿਆਂ ਨੂੰ ਦਿਸਣ ਦਾ ਮੌਕਾ ਦਿੱਤਾ। ਤਾਰਿਆਂ ਨਾਲ ਭਰਿਆ ਅੰਬਰ ਦਿਸਣ ਲੱਗਾ। ਉਹ ਦੋ ਪਿੰਡਾਂ ਵਿਚਕਾਰ ਪੱਕੀਆਂ ਫਸਲਾਂ ਤੋਂ ਉੱਚੀ ਦਿਸਦੀ ਇੱਕ ਬੰਜਰ ਟਿੱਬੀ ਉੱਪਰ ਬੈਠ ਗਏ। ਦੋਵੇਂ ਪਿੰਡ ਦੂਰ ਨਹੀਂ ਸਨ। ਰਬਾਬ ਦੀ ਆਵਾਜ਼ ਪਹੁੰਚ ਸਕਦੀ ਸੀ। ਬਾਬਾ ਕਿਸੇ ਪਲੰਘ ਵਾਂਗ ਧਰਤੀ ਉੱਤੇ ਚੌਂਕੜੀ ਮਾਰ ਦੇਰ ਤੱਕ ਬੈਠਾ ਰਿਹਾ। ਮਰਦਾਨੇ ਨੂੰ ਅੱਜ ਦੀ ਤੋਰ ਨੇ ਦੱਸ ਦਿੱਤਾ ਸੀ ਕਿ ਜੇ ਉਹ ਬੈਠ ਗਿਆ ਫਿਰ ਮੁੜ ਕੇ ਨਹੀਂ ਉੱਠ ਹੋਣਾ। ਹਾਲੇ ਗਜਾ ਲਈ ਵੀ ਜਾਣਾ ਸੀ। ਕਿਸੇ ਕਿਸੇ ਦਿਨ ਦੀ ਤੋਰ ਤੋਂ ਬਾਅਦ ਥਕਾਵਟ ਇੰਨੀ ਸੰਪੂਰਨ ਹੁੰਦੀ ਹੈ ਕਿ ਸਰੀਰ ਹੋਰ ਕੁਝ ਕਰਨਾ ਮੰਨਦਾ ਹੀ ਨਹੀਂ, ਸਿਰਫ ਨੀਂਦ ਆਉਂਦੀ ਹੈ। ਫਿਰ ਜਦੋਂ ਮਰਦਾਨੇ ਦੀ ਜਾਗ ਖੁੱਲ੍ਹੀ, ਅਸਮਾਨ ਤਾਰਿਆਂ ਨਾਲ ਭਰ ਚੁੱਕਾ ਸੀ। ਕਥਾ ਸੁਣਨ ਆਏ ਲੋਕ ਵਾਪਸ ਗੱਲਾਂ ਕਰਦੇ ਮੁੜ ਰਹੇ ਸਨ। ਬਾਬਾ ਰਬਾਬ ਦੀਆਂ ਤਾਰਾਂ ਨੂੰ ਵਾਪਸ ਸ਼ਾਂਤ ਕਰ ਰਿਹਾ ਸੀ। ਮਰਦਾਨਾ ਚੁੱਪਚਾਪ ਅਸਮਾਨ ਵੱਲ ਵੇਖਦਾ ਰਿਹਾ। ਅੱਜ ਇੱਕ ਪਿੰਡ ਚੋਂ ਲੰਘਣ ਲੱਗੇ ਇੱਕ ਅਜੀਬ ਜਿਹੀ ਟਿੱਪਣੀ ਸੁਣੀ ਸੀ। ਇਹ ਸਭ ਆਪਣੇ ਪਰਿਵਾਰਾਂ ਤੋਂ ਮੂੰਹ ਫੇਰ ਕੇ ਆਏ ਨੇ। ਅਚਾਨਕ ਮਰਾਸਣ ਯਾਦ ਆਈ। ਹਾਲੇ ਤਾਂ ਤਲਵੰਡੀ ਸਿਰਫ 2 ਦਿਨ ਪਿੱਛੇ ਸੀ। ਇਹ 2 ਦਿਨ ਦੀ ਦੂਰੀ ਨਾਲ ਇਹ ਵਿਛੋੜੇ ਥੋੜੀ ਪਿੱਛੇ ਮੁੜ ਜਾਣਗੇ। ਇੱਕ ਵਾਰ ਫਿਰ ਭਰੇ ਅਸਮਾਨ ਵੱਲ ਤੱਕਿਆ। ਸ਼ੁਕਰ ਏ ਅਸਮਾਨ ਕਿਤੋਂ ਵੀ ਸੱਖਣਾ ਨਹੀਂ ਲੱਗਦਾ। ਕੋਲ ਪਏ ਕਾਸੇ 'ਚੋਂ ਗਜਾ ਕੀਤੇ ਭੋਜਨ ਦੀ ਖੁਸ਼ਬੂ ਆਈ। ਅੱਜ ਬਾਬੇ ਨੇ ਕੀਰਤਨ ਤੇ ਗਜਾ ਆਪ ਹੀ ਕੀਤਾ ਸੀ।